ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਇਐ ਭਾਏ ਬੁਝੀਐ ਗਲ ਪਈ ਸੋ ਜਮ ਕੀ ਖਾਸ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰਹਿਣ ਬਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ ਸੋ ਦਰਗ ਹੈ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ 'ਚ ਵੈਰਾਗ ਪੈਦਾ ਹੋ ਜਾਂਦਾ, ਉਹ ਜੇਠ ਦਾ ਮਹੀਨਾ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਚਲੇ ਗਿਆ। ਹਾੜ ਮਹੀਨੇ ਗਰਮੀ ਬੜੀ ਹੈ, ਹਰ ਪਾਸੇ ਇਹੀ ਹੁੰਦਾ ਗਰਮੀ। ਪਾਤਸ਼ਾਹ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ। ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਨਹੀਂ, ਕਿਉਂਕਿ ਬਹੁਤ ਗਰਮੀ ਵਾਲਾ ਹੁੰਦਾ। ਇਹ ਗਰਮੀ ਦਾ ਦੁੱਖ ਅਨੁਭਵ ਕਰਦਾ, ਪਰ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਵਸ ਰਿਹਾ ਉਹ ਗਰਮੀ ਦੇ ਦੁੱਖ ਨੂੰ ਅਨੁਭਵ ਨਹੀਂ ਕਰਦੇ, ਕਿ ਉਹਨਾਂ ਦੀ ਬਿਰਤੀ ਪਿਆਰੇ ਦੇ ਪਿਆਰ ਵਿੱਚ ਵੱਜੀ ਹੋਈ ਹੈ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਚੰਦੂ ਨੇ ਕਿੰਨੇ ਜ਼ੁਲਮ ਕੀਤੇ, ਤਤੀਆਂ ਤਵੀਆਂ ਤੇ ਬਿਠਾਇਆ, ਗਰਮ ਰੇਤੇ ਪਾਏ, ਦੇਗਾਂ ਚੋਂ ਵਾਲਿਆ। ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ ਉਸਨ ਸੀਤ ਸੰਸਰ ਸਭ ਤਾਕੈ। ਰਾਖਨ ਹਾਰ ਅਪਾਰ ਰਾਖੈ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਪ੍ਰਹਲਾਦ ਪਾਗੰਦਾ ਲੈ ਲਓ, ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਉਹਨੂੰ ਤੱਤੇ ਸਮਝਦੀ ਅੱਗ ਨਾ ਪੋਹੀ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸੰਸਾਰ ਦੇ ਜੀਵਨ ਰੂਪੀ ਪਰਮਾਤਮਾ ਸਰਬ ਵਿਆਪਕ ਜਿਹੜਾ ਉਹਨੂੰ ਤਿਆਗ ਕੇ ਮਨੁੱਖ ਦੀ ਜਿਹੜੀ ਆਸ ਹੈ ਉਹ ਯੋਗ ਨਹੀਂ। ਪਰਮਾਤਮਾ ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲਾ, ਉਹਦੀ ਆਸ ਰੱਖਣੀ ਚਾਹੀਦੀ, ਭਰੋਸਾ ਰੱਖਣਾ ਚਾਹੀਦਾ। ਜਦੋਂ ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗਾ ਮਾਰੇ ਤੇ ਹਕੂਮਤ ਵੱਲੋਂ ਅਤਿਆਚਾਰ ਹੋ ਰਿਹਾ, ਕਹਿਣ ਲੱਗੇ ਮੈਨੂੰ ਆਗਿਆ ਦਿਓ, ਹੁਣ ਇਹ ਰਾਜ ਖਤਮ ਕਰ ਦਿਆਂ। ਮਾਰੇ ਕਹਿੰਦੇ ਭਾਈ ਪਰਮੇਸ਼ਰ ਦਾ ਆਸਰਾ ਛੱਡ ਕੇ ਮਨੁੱਖ ਦੀ ਆਸ ਨਹੀਂ, ਉਹਦੇ ਪਾਣੇ ਚਾਹੀਏ, ਉਹਦੇ ਹੁਕਮ 'ਚ ਦੁੱਖ ਸੁੱਖ ਹੁੰਦੇ ਹੈ। ਤਾਰੀਏ ਰੇਖ ਟੇਕ ਤੋਂ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਐ ਕਾਰ ਜਾਵੇ ਰਾਸ। ਦੁਇਐ ਭਾਏ ਬੁਝੀਐ ਗਲ ਪਈ ਸੋ ਜਮ ਕੀ ਫਾਸ। ਦੁਵੈਸ਼ ਭਾਵ ਵਿੱਚ ਬੁਝੀਐ ਖਰਾਬ ਹੋ ਜਾਈਦਾ, ਅੰਤ ਨੂੰ ਜਮਾਂ ਦੀ ਫਾਹੀ ਗਲ ਪੈਂਦੀ ਹੈ। ਪਰਮਾਤਮਾ ਦੀ ਆਸ ਨੂੰ ਤਿਆਗ ਕੇ ਦੂਜਿਆਂ ਤੇ ਸੁੱਖ ਫਰਾਉਣ ਦੀ ਆਸ ਜਿਹੜੇ ਲਾਈ ਰੱਖਦੇ ਆ, ਦੂਜੇ ਦੇਵੀ ਦੇਵਤਿਆਂ ਦੀ ਆਸ ਰੱਖਦੇ ਆ, ਪਰਮਾਤਮਾ ਦੀ ਆਸ ਭੁਲਾ ਦਿੰਦੇ ਆ। ਉਹਨਾਂ ਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ, ਨਰਕ ਜਾਂਦੇ, ਖਰਾਬ ਹੁੰਦੇ ਹਨ। ਬੁਗਚੀਏ ਮੈਨੇ ਖਰਾਬ ਹੁੰਦੇ ਹਨ। ਦੂਜੇ ਭਾਈ ਫਾਥੇ ਜਮਜਾਲਾ
सतगुर करे मेरी प्रतिपाला। जिहा बीजा सो लूणे मत्था जो लख्यास। जे भाग जी बीज बीज का बढ़दा, जे कहिए आओ महाराज, आवाज आएगी आओ महाराज। जे उन्होंने भैड़ा शब्द बोलो, मोरे विमे होएगा। इस करके मिठा बोलना, न्यू के चलना, सब का भला सोचना, आप तुम वड्डियां दा सत्कार करना और बराबरियां नाल प्यार करना, छोटियां नूं असीस देनी। क्योंकि जिहो जिहा बीज बीजदा उहो जिहा बढ़दा है। जिहो जिहा कर्म करदा उहदा दुख सुख ਉਹਦੇ ਮੱਥੇ ਤੇ ਲਿਖਿਆ ਜਾਂਦਾ, ਉਹ ਭੋਗਣਾ ਪੈਂਦਾ ਹੈ। ਕਿਉਂਕਿ ਜੀਵ ਪਰਮਾਤਮਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰੇਗਾ, ਉਹ ਜਿਹਾ ਫਲ ਪ੍ਰਾਪਤ ਕਰੇਗਾ। ਰਹਿਣ ਬਿਆਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼। ਜਦ ਉਮਰ ਦੀ ਰਾਤ ਬੀਤ ਗਈ, ਫਿਰ ਪਛਤਾਉਂਦਾ ਹੈ। ਨਿਰਾਸ਼ ਹੋ ਕੇ ਉੱਠ ਕੇ ਚਲੇ ਜਾਂਦਾ। इस तरह भजन सिमरन तो बिना द्वेष भाव ला के उम्र बीत जाती है। दिन रूपी काल चढ़ जाता, फिर पछताउंदा कि मैं अज्ञानता की नींद च बसुद्ध होके पिया रहा, परमात्मा के मिलाप का सुख नहीं माणिया। फिर पछताउंदा है। थार हर काम पै बाला जियो, ना जानो किश कर सी पियो। रहन गई मत दिन पी जाए, भवर गए बग बैठे आए। काले केस चल जाते, बगले चिट्टे आ जाते। जिन को साधु भेटिए सो दर गए हुए खलास। जिन्होंने संत महापुरुष मिलते हैं, वो परमात्मा की दरगाह खलास में छुटकारा पा जाते हैं। द्वेष भाव नूं छड्ड के साध संग च मिल के नाम सिमरन करके जीवन सफल कर लेंदे है। उन्होंने दरगाह विच दुख नहीं हुंदा। साध के संग इहां उहां सुहेला, साध संग बिशरत हर मेला। कर किरपा प्रभ अपनी, तेरे दर्शन होए प्यास। ये पातशाह किरपा करो, तेरे दर्शन की सानू प्यास लगी रहे। उहदे अगे बेनती करनी बने होंदी है, मेहर करो सानू खुले दर्शन दो। ये इच्छा लगी रहे। दर्शन की प्यास करनी, चितवतन प्रकार करो नगर पार हर कृपा तार मुरार। अनुग्रह मैंने बख्शिश कर दो, प्रभ तुझ बिन दूजा कोई नानक की अरदास। ये प्रभु आप जदों बिना दूजा कोई नहीं, तेरे अगे साडी अरदास है। क्योंकि तू ही मरादां पूरियां करन वाला, तेरे बिना किहदे अगे अरदास करिए। अपने दीदार बख्शो, गुरसिक्खी बख्शो, आसावंती आस गसाई पूरी है। देहो दर्श मन चाओ, लह जाए वसूरी है। और साढ़ सौंदा तस लगे, जिस मन हर चरण निवास। ये हाड़ का महीना उन्होंने सुहावना लगता है, जिन्हों के मन विच परमात्मा के चरणों का निवास है। ये महीना बड़ा खुश गर्मी वाला दुखदाई जापदा, पर जिन्हों के हृदय परमात्मा के चरण कमलों का ध्यान है, उन्होंने सुखदाई है। इस वास्ते वो गर्मी की परवाह नहीं करते, भजन करते, सेवा करते हैं, सत्संग करते हैं। और साढ़ भला सूरज गगन तपे। हाड़ दिन ने पास सूरज भला बहुत तप रहा। अज्ञान रूपी सूरज हृदय रूपी आकाश हाँ जी बहुत जोरों से है। धरती दुख सह सुख है अगन पकै। धरती दुख सह बख्शा रही, सुख है सूरज की तप जल में सुखा देंदी। अगन पकै धरती अगों पकदी है। बुद्धि रूपी धरती दुख सहारदी है। अज्ञान रूपी सूरज शुभ गुण रूपी जल में सुखा देंदा। बुद्धि मंद कर्मां नाल अग वांगू बलदी है। अगन रा सुख है मरिया दुख है पी सो कीर्तना हर। सूरज की अग धरती नूं तुकाउंदी है, तरावट नूं सुका दिंदी है।
ਇਹ ਦੇਖ ਕੇ ਸੰਸਿਆਂ 'ਚ ਮਰੀ ਹੈ। ਤਪਸ਼ ਤੋਂ ਬਚਾਓ ਕਿਵੇਂ ਹੋਵੇ, ਪਰ ਉਹ ਸੂਰਜ ਫਿਰ ਵੀ ਆਪਣੀ ਕਿਰਤਕਾਰ ਤਪਸ਼ ਤੋਂ ਹਾਰਦਾ ਹਟਦਾ ਨਹੀਂ। ਅਗਿਆਨ ਰੂਪੀ ਸੂਰਜ ਦੀ ਅੱਗ ਰੂਪੀ ਬੁੱਧੀ ਸ਼ੁਭ ਗੁਣਾਂ ਦੇ ਪਾਣੀ ਨੂੰ ਸੁਕਾਈ ਜਾਂਦੀ ਹੈ, ਪਰ ਮਨ 'ਚ ਲੱਗਾ ਪਤਾ ਨਹੀਂ ਹਾਲਤ ਕੀ ਹੋਏਗੀ। ਅਗਿਆਨ ਦੀ ਅਗਨੀ ਹਾਲੇ ਵੀ ਕਾਰ ਬੰਦ ਨਹੀਂ ਕਰਦੀ। ਸ਼ੁਭ ਗੁਣ ਦਾ ਪਾਣੀ ਸੁੱਕ ਰਿਹਾ ਹੈ। ਰਥ ਫਿਰੈ ਛਾਇਆ ਤਨ ਤਾਕੈ ਟੀੜ ਲਵੈ ਮੰਝ ਮਾਰੇ। ਸੂਰਜ ਦਾ ਰਥ ਹਾੜ ਮਹੀਨੇ 'ਚ 12ਵੀਂ ਤਰੀਕ ਤੋਂ ਦੁਖ ਰਹਿਣ ਨੂੰ ਫਿਰ ਜਾਂਦਾ, ਔਰ ਜੀਵ ਛਾਂ ਲੱਭਦਾ। ਮੀਂਹ ਦੀ ਹੋਂਦ ਤੋਂ ਬਿਨਾਂ ਤਪਸ਼ ਕਹਿੰਦੇ ਮੇਰੇ ਨੂੰ ਬੀਂਡੇ ਜੰਗਲ ਟੀ ਟੀ ਕਰਦੇ ਬੋਲਦੇ ਆ। ਆਵਗਣ ਬਾਦ ਚਲੀ ਦੁੱਖ ਆ ਗਿਆ ਸੁੱਖ ਤੇ ਸਾਜ ਸੰਭਾਲੇ। ਇਹ ਜੀਵ ਔਗਣੋਂ ਬਣ ਕੇ ਇਕੱਠੇ ਕਰਕੇ ਚਲੇ ਜਾਂਦਾ, ਅੱਗੇ ਦੁੱਖ ਮਿਲਦਾ। ਸੱਚੇ ਨਾਮ ਨੂੰ ਸੰਭਾਲ ਕੇ ਇਕੱਠਾ ਕਰਕੇ ਚਲੀਏ, ਅੱਗੇ ਸੁੱਖ ਹੁੰਦਾ ਹੈ। ਨਾਨਕ ਜਿਸ ਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲ ਮਾਰੇ ਕਹਿੰਦੇ, ਜਿਸ ਨੂੰ ਅਸੀਂ ਆਪਣਾ ਮਨ ਦਿੱਤਾ ਉਸ ਪ੍ਰਭੂ ਦੇ ਨਾਲ ਸਾਡਾ ਮਰਨਾ ਜੀਣਾ। ਪਰਮਾਤਮਾ ਦੇ ਪ੍ਰੇਮੀ ਭਗਤ ਪ੍ਰਭੂ ਨਾਲ ਆਪਣਾ ਜੀਵਨ ਮਰਨ ਦੁੱਖ ਸੁੱਖ ਨਿਸ਼ਚੈ ਕਰਦੇ ਆ। ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੇ ਪੇਖ ਸੈ ਕੋਲਾਰ। ਇਸ ਵਾਸਤੇ ਤੁਕਾਰੀ ਰਾਗ ਦਾ ਸ਼ਬਦ ਹੈ 12ਵਾਂ ਹੁੰਦਾ, ਤੇ ਬਾਣੀ ਵਿੱਚ ਇਹ ਸਾਰਾ ਗਿਆਨ ਧਿਆਨ ਦਿੱਤਾ। ਪਰ ਗਿਆਨ ਵੀ ਸਿਆਣੇ ਪੁਰਸ਼ਾਂ ਨੂੰ ਮਾਫ ਹੁੰਦਾ, ਜਿਵੇਂ ਕਿ ਉਹ ਇਹਨੂੰ ਪੇਚਲਸ ਲੱਗੀ ਹੋਈ ਹੈ, ਦੇ ਦਿਓ ਤੇ ਖਰਾਬੀ ਕਰਦਾ। ਬਲਗਮ ਵਾਲੇ ਨੂੰ ਵੀ, ਗਰਮੀ ਵਾਲੇ ਨੂੰ, ਤੇ ਜੇ ਮਿਸ਼ਰੀ ਨਾ ਦਿਓ ਮਾਫ ਖਾ ਜਾਂਦਾ ਹੈ। ਗਿਆਨ ਭਗਤੀ ਨਾਲ ਸ਼ਰਧਾ ਨਾਲ ਸੁਖਦਾਈ ਹੈ। ਕੱਲਾ ਜਿਹੜਾ ਖੁਸ਼ਕ ਗਿਆਨ ਹੈ ਕਈ ਵਾਰੀ ਦੁਖਦਾਈ ਬਣ ਜਾਂਦਾ ਹੈ। ਇਹ ਬੇਦ ਕੋ ਗਿਆਨ ਸੁਜਾਨਨ ਕੇ ਅਵਮਾਨ ਮਦਾਦ ਬਕਾਰ ਬਨਾਸ ਹੈ। ਕਹਿੰਦੇ ਬੇਦਾਂ ਦਾ ਗਿਆਨ ਸੁਜਾਨਨ ਮੈਨੇ ਜਿਹੜੇ ਸੰਤ ਸ਼ਾਂਤ ਚਿਤਾਤਮਾ ਆਸਤਕ ਪੁਰਸ਼ ਸ਼ਰਧਾਲੂ ਆ। ਜੇ ਤਾਂ ਉਹਨਾਂ ਨੂੰ ਗਿਆਨ ਹੋ ਜਾਏ, ਉਹ ਵਿਦਿਆ ਪੜ੍ਹ ਕੇ ਜਾਤ ਦਾ ਦੇਹ ਦਾ ਅਵਮਾਨ, ਜੋ ਬੰਦਾ ਹੰਕਾਰ ਕਾਮ ਕ੍ਰੋਧ ਦਾ ਮਦ ਈਰਖਾ ਦੇ ਵਕਾਰ ਬਨਾਸੇ ਕਹੀਏ ਦੂਰ ਹੋ ਜਾਂਦੇ ਹਨ। ਅਵਮਾਨ ਮਦਾਦ ਵਕਾਰ ਬਨਾਸੇ ਉਹਨਾਂ ਦੇ ਨਾਸ ਹੋ ਜਾਂਦੇ ਹਨ। ਨਿਰਮਾਨ ਹੋ ਕੇ ਫਿਰ ਉਹ ਸੰਸਾਰ 'ਚ ਰਹਿੰਦੇ ਹਨ। ਪੁੰਨ ਕੇ ਜਦ ਨੀਚਨ ਕੋ ਬਹੁਤ ਮਦੇ ਅਭਿਮਾਨ ਵਕਾਰ ਨਵਾਸੇ। ਇਹ ਤਾਂ ਸ੍ਰੇਸ਼ਟ ਪਾਤਰਾਂ ਦਾ ਲੱਛਣ ਹਨ। ਕੋ ਪਾਤਰਾਂ ਦਾ ਸੁਣ ਲਓ। ਕਹਿੰਦੇ ਫਿਰ ਜੇ ਇਹ ਨੀਚ ਚੇਤ ਵਾਲਿਆਂ ਨੂੰ, ਕੋ ਪਾਤਰਾਂ ਨੂੰ ਨੀਚ ਮਨ ਵਾਲੇ ਅਨਅਧਿਕਾਰੀ ਪੁਰਸ਼ ਹੈ, ਉਹ ਵੇਦਾਂ ਸ਼ਾਸਤਰਾਂ ਦਾ ਗਿਆਨ ਹੋ ਜਾਏ, ਉਲਟਾ ਹੰਕਾਰ ਮਨ ਵਕਾਰ ਆਪਣੇ ਚਿੱਤੇ ਨਿਵਾਸ ਕਰ ਲੈਂਦੇ ਆ। ਕਿਉਂਕਿ ਜਿਹੜੇ ਸ੍ਰੇਸ਼ਟ ਪਾਤਰ ਆ, ਵਿਦਿਆ ਚੰਗਾ ਫਲ ਦਿੰਦੀ ਹੈ, ਕੁਪਾਤਰ ਨੂੰ ਮਾੜਾ ਫਲ ਦਿੰਦੀ ਹੈ। ਵਿਦਿਆ ਪੜ੍ਹ ਕੇ ਬਕਾਰਾਂ ਦਾ ਤਿਆਗ ਕਰਨਾ ਸੀ, ਉਲਟਾ ਵਿਦਿਆ ਪੜ੍ਹ ਕੇ ਉਹ ਬਕਾਰਾਂ ਚਿੱਤ ਧਾਰ ਲੈਂਦੇ ਆ। ਇਹਦੇ 'ਚ ਇਹ ਕਥਾ ਆ, ਜਿਵੇਂ ਕਿ ਬਿੱਲੀ ਕਿਸੇ ਦੀ ਹੱਟੀ 'ਚ ਵੜ ਗਈ। ਪਿਓ ਕਹਿਣ ਲੱਗਾ, ਪੁੱਤ ਬਿੱਲੀ ਨੂੰ ਬਾਹਰ ਕੱਢ ਕੇ ਜਿੰਦਾ ਲਾ ਕੇ ਆ ਜਾ। ਸੰਧਿਆ ਦਾ ਸਮਾਂ ਸੀ, ਸ਼ਾਮ ਦਾ। ਬਿੱਲੀ ਮੱਤ ਅੰਦਰ ਆ ਕੇ ਭਾਂਡੇ ਜਿਹੜੇ ਮਸਾਲਿਆਂ ਵਾਲੇ ਭੰਨ ਦੇਵੇ, ਜੋਰ ਨਿਕਾਲ ਕੇ ਬਾਹਰ ਕੱਢ ਕੇ ਐਸੇ ਕਰਕੇ ਪਿਓ ਚਲੇ ਗਿਆ। ਪਿੱਛੋਂ ਕੋਈ ਊਠ ਵਾਲੇ ਨੇ ਆ ਕੇ ਕਿਹਾ, ਭਾਈ ਮੇਤੋਂ 4 ਪੈਸੇ ਲੈ ਕੇ ਮੈਨੂੰ ਊਠ ਅੰਦਰ ਬੰਨਣ ਦੇ। ਲੜਕੇ ਨੇ ਲਾਲਚ ਦੇ ਮਾਰੇ ਨੇ ਬਿਠਾ ਲਿਆ। ਊਠ ਦੀ ਉੱਚੀ ਗਰਦਨ ਸੀ, ਜਿੱਧਰ ਸਿਰ ਕਰੇ 10-5 ਭਾਂਡੇ ਪਾਂਦੇ ਮਸਾਲੇ ਡੋਲ ਦੇਵੇ। ਥੋੜਾ ਪੈਰ ਹਲੋਏ ਤਾਂ ਭਾਂਡੇ ਭੰਨੇ। ਸਵੇਰੇ ਪਿਤਾ ਨੇ ਹੱਟੀ ਦੇਖੀ, ਉਜਾੜ ਪਈ ਹੈ। ਕਹਿੰਦੇ, ਪੁੱਤ ਮੂਰਖ, ਇਹ ਕੀ ਕੀਤਾ? ਮੈਂ ਤੈਨੂੰ ਬਿੱਲੀ ਤੋਂ ਰੋਕਿਆ ਸੀ, ਉਲਟਾ ਤੈਂ ਊਠ ਅੰਦਰ ਵਾੜ ਕੇ ਸਾਰੀ ਹੱਟੀ ਉਜਾੜ ਦਿੱਤੀ।
कढ़नी बिल्ली वाड़ लिया ऊठ। ये की कीता? इस तरह गुरु रूपी पिता जिग्यासु रूपी पुत्र नूं दसदे सिखया शिष विद्या पढ़ के चित रूपी निरंकार दे नाल सुरती जोड़नी है। चित रूपी हट्टी तो अंगता हंकार रूपी बिल्ली कढ़नी है। जे तो कढ़ दी वह श्रेष्ठ पात्र है, वो तो कढ़ देंगे। जेड़े कपात्र है उन्हें अधिकारी वो की करते उल्टा अभिमान रूपी ऊठ हिरदे बाल लेंदे। ते जेड़े दैवी समता शुभ गुण रूप भांडे भज जाते हैं। कपात्र नूं सुधारने नूं कोई उपाय है तो वो दसदे। जेड़ा कपात्र है ਉਹਦਾ इस तरह का है। अचमर जासा लाल हवै न औद औखद वैद नहीं कछ तसै। जन पात्र कुपात्र को शोध कै बोध करे बुद्धवान जो बोध प्रकाश है। ਹੁਣ ਕਹਿੰਦੇ ਇਹਦਾ ਦੱਸੋ। ਹੁਣ ਦ੍ਰਿਸ਼ਟਾਂਤ ਦਿੰਦੇ ਆ ਅੰਮ੍ਰਿਤ ਪੀ ਕੇ ਜਿਵੇਂ ਪੁਰਸ਼ ਨੇ ਅਮਰ ਹੋਣਾ ਸੀ, ਪਰ ਜਿਹਨੂੰ ਅੰਮ੍ਰਿਤ ਪੀ ਕੇ ਹਲਾਲ ਨੂੰ ਜ਼ਹਿਰ ਬਣ ਜਾਏ ਉਹਨੂੰ ਔਸ਼ਧੀ ਨਾਮ ਦਵਾਈ ਬੂਟੀ ਵੈਦ ਨਾਮ ਹਕੀਮ ਕੁਛ ਨਹੀਂ ਕਰ ਸਕਦੇ। ਉਹ ਸਾਧਰ ਹੋ ਗਿਆ, ਇਹਦਾ ਕੋਈ ਇਲਾਜ ਨਹੀਂ। ਇਸ ਤਰ੍ਹਾਂ ਕਹਿੰਦੇ वेद रूपी ਅੰਮ੍ਰਿਤ पीने करके जिज्ञासु ने बकार दूर करने थे, पर उसको पकड़ के फिर उल्टा बकार चित्त में धारण कर लिया। वेद पढ़ के उल्टे बकार चित्त धार लिया, उठे पाए तुर पाया। दस भी गुरु रूपी वैद उपदेश रूपी औषधि की करूगी, भाव इलाज तो बाहर हो गया। इस वास्ते जोड़ा बुद्धिमान गुरु नूं चाहिदा पात्र नाम अधिकारी को पात्र नाम अधिकारी नूं सोध के विचार के वे बोध करिए उपदेश देवे। बोध प्रकाश ज्ञान का प्रकाश करे। जिज्ञासु चित ज्ञान का प्रकाश हो जाए, प्राप्त हो जाए, इहदा पावे। पढ़ाने वाला पुरुष है, पहले उन्हें विचार करना चाहिए पुरुष विद्या का अधिकारी हैगा कि नहीं। अधिकारी होवे उन्हें पढ़ावे, दूजे नूं ना। जे ऐसा करेगा तो फिर वो सिख दे जब बुखार दूर के उत्तम गुण निवास करेंगे, विद्या फलीभूत हो जाएगी। जे भाई फिर कुपात्र नूं दे दो, फिर वो पुठे पासे ही तुर पंदा आया। श्रुत बोध विरोध निवारण कारण पराग हो तो सखा सज्जना को कुछ काल गए रासान गए सुख भोग लाभ निवेतन को अत के सो विद्या विद्या पया मोख न भोग जने पुरखों को प्रतिवासर जात अदे ते अदे खल वेद विरुद्ध बलोक निरपा को। इस वास्ते छोटियों का जरा बोध सी पहले समय दोषों निवारण सज्जन पुरुषों कोई समा चले गया, वो भजन करके बराग तार के मिलने विद्या पढ़ते समा चल गया, फिर वो बकारा दे या धन के लाभ वास्ते लग गया। कहते बड़ा खेत दुखिया, विद्या विद्या हो गई है ना, हुण भोग ना पदार्थ ही दिंदी है। इस पास नीचे ते नीचे डिगी जा रहा है। मूर्ख जड़े वो ज्ञान समझते नहीं, उल्टा विचार लैके माड़े पासे तुरते हैं। इस करके हाँ जी जिमें कहते ਹੁਣ ਸੱਪ ਨੂੰ ਦੁੱਧ ਪਿਲਾਈਏ ਜ਼ਹਿਰ ਬਣ ਜਾਂਦਾ। ਇਸ ਤਰ੍ਹਾਂ ਮੂਰਖ ਨੂੰ ਦਿੱਤਾ ਆ ਗਿਆਨ ਵੀ ਜਿਹੜਾ
ਉਹ ਨੁਕਸਾਨਦਾਈ ਬਣ ਜਾਂਦਾ ਹੈ। ਇਸ ਕਰਕੇ ਸਿਆਣੇ ਪੁਰਸ਼ ਜਿਹੜੇ ਉਹ ਫਿਰ ਹਾਂਜੀ ਭਲੇ ਪੁਰਸ਼ਾਂ ਨੂੰ ਵਿਚਾਰ ਦਿੰਦੇ ਨੇ। ਸੋ ਅੱਜ ਇਸ ਸੰਗਰਾਮ ਦਾ ਦਿਹਾੜਾ ਹੈ। ਮਹਾਰਾਜ ਕਿਰਪਾ ਕਰਨ ਤੇ ਇਹ ਸੁੱਖ ਦਾ ਬਤੀਤ ਹੋਵੇ, ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਸੋਝੀ ਨਹੀਂ ਹੁੰਦੀ ਹੈ। क्योंकि दुर्लभ मान देखो पाए है, संतन को सत्संग करो रे, जो तुम से सत्संग न हो धर्म करो, हरि नाम रो रे। नाम दान दो न हो पाप कमाए न नरक परो रे, पापन ते जो नहीं डरो ता जीवन ते मर जान पलो रे। इस करके सत्संग करके सोझी जड़ी है ये प्राप्त होती है। महाराज मेहर करे फिर ये इंसान समत मिलती है। तो महाराज कृपा करन ये महीना सुख शांति का सब बतीत होवे ते और सुख प्राप्त होवे। क्योंकि आम जड़े बंदे विद्या विवाद आए धन मदाद आए, जगती प्रेसा पर पीड़ नाए, खालस्या साधोर विपरीत में तत् ज्ञान आदि दान आए, रक्षण होइच। कहते मूर्ख विद्या वाद विवाद भी झगड़े करते हैं, धन हो जाए हंकार करते, शरीर च बल होवे दूए नूं पीड़ा दुख दिंदे हैं। तेरे महात्मा वो तिन्हों तो विपरीत है, भाव उल्ट है। जिहड़ा साधु आ वो विद्या पढ़ के तत्त का ज्ञान देंदे हैं, जो अधिकारियों नूं धन का दान देंदे हैं, शक्ति तो जने पुरुषों की रक्षा करते हैं। इस वास्ते श्रेष्ठ पुरुषों लिए विद्या सुखदाई है, मूर्खों लिए दुखदाई है। जिमें नेत्रां वाले पुरुषों को प्रकाश करते हैं, उलूआं नूं अंधा कर देंगे हैं। ये विद्या श्रेष्ठ पुरुषों का हंकार दूर करती है, मूर्खों नूं मद पैदा करती है। इस वास्ते ये विद्या जिहड़ी है इस तरह है। सो इस करके विद्या पढ़ के विचार लैके बड़ियां का सत्कार करना, माता पिता का सत्कार करना, सबनों परमेश्वर का रूप जान के सब का भला सोचना, कदी किसी का बुरा नहीं सोचना। और ते हस्तो पवित्रो जदि दान पुण्यम, हाथ पवित्र होंदे दान पुण्य करना। पादो पवित्रो जदि तीर्थ यात्रा, पैर पवित्र होंदे हैं तीर्थ यात्रा करके। वाकं पवित्रंग यदि राम नाम, रसना पवित्र होंदी है राम राम परम वाहिगुरु वाहिगुरु जपना। हिरदय पवित्रंग यदि ब्रह्मनिष्ठा, हिरदा पवित्र होंदा ते जे परमात्मा दे उत्ते विश्वास धारीए, पक्का विश्वास करिए। और इस वास्ते इन्हां इंद्रियों की सफलता लई भजन करना योग आ। महाराज महीना सब का सुख का बतीत करावे, चढ़दी कला बख्शे। वाहिगुरू जी का खालसा, वाहिगुरू जी की फतेह।